ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। मेरे ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਸਤਿਕਾਰ। ਮੈਂ ਸੋਮਵਾਰ ਦੀ ਛੁੱਟੀ ਕਰਦਾ ਹੁੰਨਾ ਤੇ ਸੋਮਵਾਰ ਹੁਣ ਤੁਹਾਡੇ ਨਾਲ ਅਰਸ਼ ਦਿਆ ਸੀ ਸਵੇਰੇ ਗੱਲਬਾਤ ਕਰਨ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਐਕਚੁਅਲੀ ਮੈਨੂੰ ਇਸ ਗੱਲ ਦਾ ਭੁਲੇਖਾ ਸੀ, ਮੈਂ ਕਿਹਾ ਤੁਸੀਂ ਮਜ਼ਾਕ ਕਰਦੇ ਹੁੰਦੇ ਨੇ ਕਿ ਤੁਹਾਨੂੰ ਫੋਨ ਵੀ ਲਿਆ ਕਰਾਂਗੇ ਤੇ ਮੈਂ ਉਹ ਤਿਆਰੀ ਨਹੀਂ ਸੀ ਕੀਤੀ ਪਈ। ਉਹਦਾ ਫੋਨ ਆ ਗਿਆ ਵੀ ਨਹੀਂ ਜੀ ਖਬਰਾਂ ਤੇ ਫਟਾਫਟ ਮੈਂ ਫਿਰ ਜ਼ਿੰਦਗੀ ਚੁੱਕਿਆ ਹੈਗਾ ਸੀ ਫਟਾਫਟ ਕੰਮ ਕੀਤਾ ਜੀ। ਅੱਛਾ, ਤੇ ਮੈਂ ਸੁਣ ਰਿਹਾ ਸੀਗਾ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਬੇਟੇ ਨੇ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਾਇਬ ਘਰ ਜਿਹੜਾ ਉੱਥੋਂ ਭਗਵੰਤ ਮਾਨ ਦੀ ਤਸਵੀਰ ਭਗਤ ਸਿੰਘ ਦੀ ਤਸਵੀਰ ਲਾਉਣ ਬਾਰੇ ਕਿਹਾ। ਉਹ ਤੋਂ ਮੈਂ ਸੋਚ ਰਿਹਾ ਸੀ ਕਾਲਰ ਆਏ ਸੀ ਕਿ ਪਿਓ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਮਾਨ ਸਾਹਿਬ ਤੇ ਟਿੱਪਣੀ ਕੀਤੀ ਸੀ ਉਹਨਾਂ ਨੇ। ਤੇ ਮੈਂ ਤੁਹਾਡੀ ਤੇ ਅਰਸ਼ ਦੀ ਜਿਹੜੀ ਜੁਗਲਬੰਦੀ ਸੁਣ ਕੇ ਖੁਸ਼ ਵੀ ਹੋ ਰਿਹਾ ਸੀਗਾ ਕਿ ਚਲੋ ਠੀਕ ਹੈ, ਉਹਨੂੰ ਰਾਜਨੀਤੀ ਥੋੜੀ ਬਹੁਤੀ ਨਵਜ ਪਛਾਣਨ ਲੱਗ ਪਿਆ ਉਹ। ਹਾਂਜੀ, ਸਵਾਲ ਪੁੱਛਣ ਦਾ ਸਟਾਈਲ ਵਧੀਆ ਲੱਗਾ। ਪੁੱਤ ਦੀ ਚੜ੍ਹਦੀ ਕਲਾ ਲਈ ਮੁੱਖ ਮੰਤਰੀ ਦੀ ਮਾਂ ਨੇ ਕਾਲੀ ਮਾਂ ਦੇ ਮੰਦਿਰ ਵਿੱਚ ਚੜਾਈ ਇੱਥੇ ਰੱਖ, ਥੋੜੀ ਥੋੜੀ ਪੀਆ ਕਰੋ, ਹੋਈ ਮਹਿੰਗੀ ਬਹੁਤ ਸ਼ਰਾਬ। ਕੀ ਕਹਿਣਾ ਚਾਹੋਗੇ? ਸਾਡੇ ਮੁੱਖ ਮੰਤਰੀ ਸਾਹਿਬ ਨੇ 2019 ਦੇ ਵਿੱਚ ਐਲਾਨ ਕੀਤਾ ਜੀ ਸਟੇਜ ਤੇ ਮੈਂ ਆਪਣੀ ਮਾਂ ਦੀ ਸਹੁੰ ਖਾ ਕੇ ਕਹਿੰਦਾ ਮੈਂ ਸ਼ਰਾਬ ਨਹੀਂ ਪੀਂਦੀ, ਅੱਜ ਤੋਂ ਮੈਂ ਸ਼ਰਾਬ ਛੱਡੀ। ਚਲੋ ਹੋ ਸਕਦਾ ਮਾਂ ਨੇ ਕਿਹਾ ਕਿ ਤੂੰ ਥੱਕ ਜਾਂਦਾ ਲਾ ਜਾ ਕੋਈ ਸ਼ਾਮ ਨੂੰ ਘੁੱਟ ਕੋਈ ਜਾ ਨਾਲੇ ਤੋਂ ਹੈ ਵੀ ਇਕੱਲੇ ਸੀ। ਜਦੋਂ ਇਕੱਲਾ ਬੰਦਾ ਹੁੰਦਾ ਫਿਰ ਉਹਦੇ ਕੋਲ ਇੱਕ ਹੀ ਰਹਿੰਦੀ ਕਿ ਸ਼ਰਾਬ ਹੀ ਅਸੀਂ ਬਣਦੀ, ਬਾਕੀ ਕਿੱਥੇ ਬਣਦਾ। ਹੁਣ ਮਾਂ ਜੀ ਨੇ ਕੀ ਕੀਤਾ ਵੀ ਪੁੱਤ ਦੀ ਚੜ੍ਹਦੀ ਕਲਾ ਲਈ ਤੇ ਗਾਂ ਫਿਰ ਪੋਤਰੇ ਦੀ ਦਾਤੀ ਮੰਗਣੀ ਹੁੰਦੀ ਨੇ। ਫਿਰ ਮਾਤਾ ਜੀ ਦਰਬਾਰ ਗਏ ਤੇ ਸਹੀ ਜੀ ਬੈਗ ਤੋਂ ਕੱਢ ਕੇ ਤੇ ਬੋਤਲ ਫਰਾਈ ਹੈ ਤੇ ਪਿੱਛੇ ਨੂੰ ਪਾਈ ਆ ਵੇਖ ਸਾਡੀ ਕਰ ਅਰਦਾਸ ਕਰਦੇ ਨੇ ਅਰਦਾਸ ਵੀ ਕੀਤੀ ਤੇ ਅੱਧੀ ਕੇ ਪਊਆ ਕੇ ਪਾ ਕੇ ਤੇ ਪਾਣੀ ਦੀ ਬੋਤਲ ਵਾਪਸ ਵੀ ਕਰਤੀ ਤੇ ਆ ਪ੍ਰਸ਼ਾਦ ਕਰਨ ਗਏ। ਭਗਵੰਤ ਮਾਨ ਦੀ ਮਾਂ ਸੀ ਨਾ, ਬਾਕੀ ਤੇ ਰੱਖ ਲੈਂਦੇ ਨਹੀਂ ਤੇ ਠੀਕ ਹੈ ਜੀ। ਪੇਟੀ ਚੋਂ ਬਾਕੀ ਤਾਂ ਰੱਖ ਲੈਂਦੇ। ਇੱਕ ਪੇਟੀ ਵਾਲੇ ਵੀ ਲੈ ਕੇ ਜਾਂਦੇ ਨੇ ਜਿਹੜੇ ਉਹ ਇੱਕ ਦੋ ਦਿੰਦੇ ਹੁੰਦੇ ਆ, ਬਾਕੀ ਉਹਨਾਂ ਨੂੰ ਪਤਾ ਵੀ ਰੱਖ ਲੈਣੀ ਸਾਰੀ ਇਹਨਾਂ ਨੇ। ਦੇਖੋ ਬਾਬੇ ਰੋਡੇ ਦੀ ਜਾਓ ਤੇ ਬਾਬੇ ਰੋਡੇ ਦੀ ਹਿਸਟਰੀ ਪਰ ਉਸ ਤੇ ਬਾਬਾ ਰੋਡਾ ਬਿਲਕੁਲ ਸ਼ਰਾਬ ਨਹੀਂ ਸੀ। ਦੱਸੋ, ਸ਼ਰਾਬ ਦੇ ਲੱਗੇ ਨਹੀਂ ਸੀ ਜਾਂਦਾ। ਅੱਛਾ, ਲੈ ਕੇ ਪਤਾ ਕਿਹੜੀ ਜਾਂਦੇ ਉੱਥੇ? ਹਾਂਜੀ, ਜਿਹੜੇ ਪਹਿਲੇ ਪੂਰ ਦੀ ਹੁੰਦੀ ਆ ਨਾ, ਪਹਿਲੀ ਬੋਤਲ ਦੇ ਵਿੱਚ ਜਿਹੜੀ ਆ ਪਾਈਆ ਡੇਢ ਪਾਈਆ ਡੋਲਣੀ ਹੁੰਦੀ ਆ, ਉਹ ਵੀ ਵਿੱਚੇ ਪਾ ਕੇ ਲੈ ਜਾਂਦੇ ਆ, ਅੱਗ ਲਾ ਕੇ ਦਿਖਾਉਣਗੇ ਆ ਵੇਖ ਮੱਚਦੀ ਕਿ ਨਹੀਂ। ਤੇ ਜਿਹੜਾ ਉਹ ਪੀ ਲੈਂਦਾ ਮੁੜ ਕੇ ਫਿਰ ਅੱਖਾਂ ਵੀ ਇੰਨੀਆਂ ਹੁੰਦੀਆਂ ਨੇ ਤੇ ਫਿਰ ਕਿਡਨੀਆਂ ਡੈਮੇਜ ਹੁੰਦੀਆਂ ਨੇ ਤੇ ਬਸ ਉਹੀ ਕੰਮ ਹੋਇਆ ਹੁੰਦਾ। ਡੋਲਦੇ ਨਹੀਂ ਉੱਥੇ ਹੁੰਦਾ ਹੀ ਹੈ ਜੀ, ਉਹ ਤਾਂ ਉੱਥੇ ਹੁੰਦਾ ਹੀ ਹੈ। ਚਲੋ ਤੁਸੀਂ ਉਹਨੇ ਡਰਮ ਜਿੰਨੀ ਪਾਣੀ ਪਾਤੀ ਬਾਕੀ ਰੱਖ ਲਏ ਤੇ ਮਗਰਲੇ ਪਾਸੇ ਜਿਹੜੇ ਡਿਸਪੋਜ਼ਲ ਗਲਾਸ ਇੱਕ ਲੁੱਟੇ ਹੁੰਦੇ ਆ ਮੈਨੂੰ ਪਾ ਦੀ ਥੋੜੀ ਜਿਹੀ, ਆ ਮੈਨੂੰ ਪਾ ਦੀ ਥੋੜੀ ਮੈਨੂੰ ਪਾ ਦੀ। ਕਾਲੇ ਸੰਗਿਆ ਵੀ ਹੈਗਾ ਨਾਲ ਉਹ 10 ਰੁਪਏ ਮੰਗਣੀ ਹੁੰਦੀ, ਉਹ 10 30 ਦੇ ਨਾਲ ਖਾਣਾ ਨਾ ਕੋਈ ਜਾ ਕੇ ਬਾਹਰ ਜਾ ਕੇ ਬੜੀ ਕੀਤੀ ਜਾਣੀ ਹੈ ਥੋੜੀ। ਬਿਲਕੁਲ ਸਹੀ ਗੱਲ। ਉਹ ਲਾਗੇ ਨਹਿਰ ਵੀ ਵਗਦੀ ਆ, ਫਿਰ ਅੱਧੇ ਕਿਤੇ ਘਰ ਪਹੁੰਚ ਜਾਂਦੇ ਇੱਕ ਮੇਲੇ ਵੀ ਵਗਦੀ ਹੈ। ਇਸ ਕਰਕੇ ਚਲੋ ਇਹ ਸਾਡੀ ਇੱਕ ਪਰੰਪਰਾ ਦੀ ਕੀ ਜਗ੍ਹਾ ਬਣੀ ਆ ਕਿ ਮੰਦਿਰਾਂ ਦੇ ਵਿੱਚ ਵੀ ਸ਼ਰਾਬ ਚੜ੍ਹਦੀ, ਬਾਬੇ ਰੋਡੇ ਦੀ ਵੀ ਚੜ੍ਹਦੀ ਹੈ ਔਰ ਤੁਹਾਡੇ ਲਾਗੇ ਵੀ ਚੜ੍ਹਦੀ ਹੈ। ਜਿਹੜਾ ਤੁਹਾਡਾ ਪਿੰਡ ਲਾਗੇ ਸ਼ੇਖ ਫਤਿਹ, ਉੱਥੇ ਵੀ ਲੋਕੀ ਖੀਰ ਵੀ ਚੜਾਉਂਦੇ ਤੇ ਬੱਦਿਆਂ ਚੜਾਉਂਦੇ ਆ। ਖੀਰ ਚੜ੍ਹਦੀ ਹੈ, ਕੁੱਤੇ ਖਾ ਖਾ ਕੁਰਕ ਪਈ ਹੁੰਦੀ ਹੈ ਖੀਰਾਂ। ਹਾਂ, ਲਾਗੇ ਜੇ ਗੁਰੂ ਦੇ ਦਰ ਨਾਲ ਉਹ ਸ਼ੇਖ ਫਤਿਹ ਦੀ ਤੁਲਨਾ ਕੀਤੀ ਜਾਵੇ ਤੇ ਮਤਲਬ ਦੋਨੋਂ ਪੈਰਲ ਚੱਲਦੇ, ਵੱਖੋ ਵੱਖਰੇ ਰਾਹ ਉਹਨਾਂ ਦੇ। ਜੀ। ਚਲੋ ਸਟੋਰੀ ਲੰਬੀ ਆ, ਫੇਰ ਕਰਾਂਗੇ ਤੇ। ਚਲੋ ਜੀ, ਭਗਵੰਤ ਮਾਨ ਉਹਨਾਂ ਦੀ ਮਾਤਾ ਜੀ ਗਏ ਨੇ ਜੀ ਵੀ ਕਾਲੀ ਮਾਤਾ ਦੇ ਮੰਦਿਰ ਤੇ ਉੱਥੇ ਚੜਾ ਕੇ ਆਏ ਨੇ ਸ਼ਰਾਬ, ਤੇ ਉਹਨਾਂ ਨੇ ਕਹਿੰਦੇ ਕਿ ਪਾਈਆ ਕਿਤੇ ਚੜਾਤੀ ਉੱਥੇ ਜਿੱਥੇ ਚੜਾਉਣੀ ਹੁੰਦੀ, ਬਾਕੀ ਵਾਪਸ ਭੇਜਤੀ ਆ ਕਿ ਪ੍ਰਸ਼ਾਦ ਆ। ਹੁਣ ਪ੍ਰਸ਼ਾਦ ਦੀ ਭਾਈ ਤੋਹੀਨ ਕਰਨੀ ਨਹੀਂ ਚਾਹੀਦੀ, ਹਨਾ, ਵਰਤਾਉਣਾ ਚਾਹੀਦਾ ਜਾ। ਬਿਲਕੁਲ ਜੀ, ਬਿਲਕੁਲ ਉਹਦੀ ਵਰਤੋਂ ਕਰਨੀ ਚਾਹੀਦੀ ਜੀ ਪ੍ਰਸ਼ਾਦ, ਬਿਲਕੁਲ। ਝੂਠਾ ਕੇਸ ਪਾਉਣ ਵਾਲੇ 3 ਪੁਲਿਸ ਕਰਮਚਾਰੀ ਕੀਤੇ ਬਰਖਾਸਤ। ਕਿਸੇ ਵੀ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲੇ ਪੁਲਿਸ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿਆਨ ਬੜਾ ਜ਼ਬਰਦਸਤ ਹੈ DGP ਗੌਰਵ ਜਾਦਵ ਜੀ ਦਾ। ਚਾਵਲਾ ਸਾਹਿਬ, ਜਿੰਨਾ ਮਰਜ਼ੀ ਜ਼ੋਰ ਲਾ ਲਓ
ਪੁਲਿਸ ਦੇ ਵਿੱਚੋਂ ਰਿਸ਼ਵਤ ਖਤਮ ਕਰਨੀ ਜਿਹੜੀ ਆ ਉਹ ਮੁਸ਼ਕਲ ਘੱਟ ਸਕਦੀ ਹੈ, ਘੱਟੀ ਵੀ ਆ। ਅੱਗੇ ਵਾਲੀ ਗੱਲ ਨਹੀਂ ਹੈਗੀ ਜਾਂਦੇ ਗਿਆ ਤੇ ਮੁਨਸ਼ੀ ਕਹਿੰਦਾ ਤੂੰ ਆਇਆ ਤੇ ਕੀ ਲਿਆਇਆ, ਤੇ ਜਿਹੜਾ ਥਾਣੇਦਾਰ ਕੋਲ ਰੇਤ ਮਾਰ ਪਈ ਕਹਿੰਦਾ ਪਹਿਲਾਂ ਮੇਰੀ ਜੇ ਗਰਮ ਕਰ ਕੇ ਫਿਰ ਨਿਕਲੂੰਗਾ। ਹੁਣ ਥੋੜਾ ਫਰਕ ਪਿਆ, ਇਹ 'ਚ ਕੋਈ ਦੋ ਰਵਾਨੀ ਨਹੀਂ। ਗੌਰੇ ਨੂੰ ਜ਼ਿਆਦਾ ਜਦੋਂ ASP ਅੰਮ੍ਰਿਤਸਰ ਸੀਗਾ ਇਹਨੂੰ ਉਦੋਂ ਦਾ ਮੈਂ ਜਾਣਦਾ, ਬੜਾ ਤਿੱਖਾ ਉਦੋਂ ਬੰਦਾ ਸੀ, ਔਰ ਇੱਕ ਕੇਸ 'ਚ ਵਾਹ ਵੀ ਪਿਆ ਸੀਗਾ, ਭਾਵੇਂ ਬਾਅਦ 'ਚ ਸੀ ਕਹਿੰਦਾ ਮਹਾਰਾਜ ਜੀ ਏਦਾਂ ਨਹੀਂ ਏਦਾਂ ਹੈਗਾ ਤੇ ਮੰਨ ਗਏ। ਹੁਣ ਜਿਹੜੀ ਫਿਰੋਜ਼ਪੁਰ ਦੇ ਨਾਰਕੋਟਿਕਸ ਅਧਿਕਾਰੀ ਨੇ ਜਿਹੜੇ ਨਸ਼ੇ ਫੜਦੇ ਨੇ, ਉਹਨਾਂ ਨੇ ਕੋਈ ਸਮਗਲਰ ਫੜੇ, ਉਹਨਾਂ ਕੋਲੋਂ 86 ਲੱਖ ਰੁਪਏ ਫੜਿਆ। 86 ਲੱਖ, 5 ਲੱਖ ਪਾ ਕੇ ਤੇ 81 ਲੱਖ ਰੁਪਇਆ ਹਜਮ ਕਰ ਗਏ, ਨਾਲ ਉਹਨਾਂ ਦੇ 2 ਕਿਲੋ ਹੈਰੋਇਨ ਪਾਤੀ, ਉਹ ਸਮਾਨ ਪਾਤਾ, ਚਲੋ ਜੇਲ੍ਹ 'ਚ। ਉਹਨਾਂ ਰੌਲਾ ਪਾਇਆ ਵੀ ਭਾਈ ਸਾਡੇ ਕੋਲ 86 ਲੱਖ ਫੜਿਆ, ਬਾਕੀ ਪੈਸੇ ਕਿੱਥੇ ਆ? ਜਦੋਂ ਉਹਦੀ ਪੜਤਾਲ ਕੀਤੀ ਕਿ ਵਾਕਿਆ ਇਹ ਦੁਰਸਤ ਪਾਏਗੀ, ਉਹਨਾਂ ਨੇ ਇੱਕ ਪਰਮਿੰਦਰ ਸਿੰਘ ਇੰਸਪੈਕਟਰ, ਅੰਗਰੇਜ਼ ਸਿੰਘ ਏਸੀ ਤੇ ਜੋਗਿੰਦਰ ਸਿੰਘ ਹੈੱਡ ਕਾਂਸਟੇਬਲ ਜਿਹੜੀ ਇਹ ਡਿਸਮਿਸ ਕਰਤੇ ਧਾਰਾ 311 ਲਾ ਕੇ। ਧਾਰਾ 311 ਲਾ ਕੇ ਪੁਲਿਸ ਕੋਈ ਅਧਿਕਾਰ ਕਿਸੇ ਨੂੰ ਡਿਸਮਿਸ ਨਹੀਂ ਕਰ ਸਕਦੇ, ਕੋਈ ਮਾਈ ਬਾਪ ਨਹੀਂ ਹੈ। ਜਦੋਂ ਛਿਆਟੇ ਦੇ ਵਿੱਚ ਅਸ਼ਵਨੀ ਕੁਮਾਰ ਥਾਣੇਦਾਰ ਨੂੰ ਡਿਸਮਿਸ ਕੀਤਾ ਸੀ, ਜਦੋਂ ਇੱਕ ਥਾਣੇਦਾਰ ਦੀ ਧੀ ਨਾਲ ਜੋ ਕੁਝ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਥਾਣੇਦਾਰ ਨੂੰ ਮਾਰਿਆ ਸੀਗਾ, ਉਦੋਂ ਵੀ 311 ਲਾ ਕੇ ਬਕਾਇਦਾ ਤੌਰ ਤੇ ਅਸ਼ਵਨੀ ਕੁਮਾਰ ਇੰਸਪੈਕਟਰ ਨੂੰ ਡਿਸਮਿਸ ਕੀਤਾ ਗਿਆ ਸੀ ਮੌਕੇ ਤੇ। ਲੇਕਿਨ ਬਾਅਦ ਦੇ ਵਿੱਚ 2 ਮਹੀਨੇ ਬਾਅਦ ਉਹਨੇ ਫਿਰ ਚੌਂਕੀਆਂ ਭਰੀਆਂ ਜਾ ਕੇ ਬਿਕਰਮ ਸਿੰਘ ਮਜੀਠੀਆ ਦੀਆਂ ਤੇ ਸੁਖਬੀਰ ਸਿੰਘ ਬਾਦਲ ਦੀਆਂ ਕੁਝ ਲੈਂਗੁਏਜ ਹੋ ਜਾਇਆ ਹੋਊਗਾ, ਉਹਨਾਂ ਵੀ DGP ਸਾਹਿਬ ਨੂੰ ਕਰਕੇ ਬਹਾਲ ਕਰ ਦਿੱਤਾ। ਹੁਣ ਇਹ ਬਹਾਲ ਹੁੰਦੇ ਕਿ ਨਹੀਂ ਹੁੰਦੇ, ਕਿਉਂਕਿ DGP ਸਾਹਿਬ ਦਾ ਆਪਣਾ ਬਿਆਨ ਹੈ ਵੀ ਇਹਨਾਂ ਨੂੰ ਕਿਸੇ ਵੀ ਸੂਰਤ ਬਖਸ਼ਿਆ ਨਹੀਂ ਜਾਊਗਾ। ਅਜੇ ਡਿਸਮਿਸ ਕੀਤੇ, ਇੱਕ ਸਿੱਟ ਬਣਾਤੀ, ਪੂਰੀ ਜਾਂਚ ਕਰੋ ਕੋਈ ਹੋਰ ਨੇ ਕੁਝ ਕੀਤਾ ਕੀ ਇਹਨਾਂ ਦੇ ਪਰਚਾ ਦਰਜ ਕਰਕੇ ਸੁੱਟਿਆ ਜਾਊਗਾ। ਤੇ ਉਹਨਾਂ DGP ਸਾਹਿਬ ਨੇ ਇਹ ਵੀ ਕਿਹਾ ਕਿ ਸਾਨੂੰ ਇਨਫੋਰਮੇਸ਼ਨ ਦਿਓ, ਜਿੱਥੇ ਕੋਈ ਪੈਸੇ ਮੰਗਦਾ ਜਾਂ ਪੈਸੇ ਲੈ ਕੇ ਕੰਮ ਕਰਦਾ, ਜੇ ਪੈਸੇ ਲਏ ਨੇ ਅਸੀਂ ਐਕਸ਼ਨ ਲਵਾਂਗੇ ਬਕਾਇਦਾ ਜੀ। ਇੰਨਾ ਕੁ ਬਚਾਅ ਜ਼ਰੂਰ ਹੋਇਆ ਲੋਕਾਂ ਦਾ ਥੋੜਾ ਜਿਹਾ, ਵੀ ਅੱਗੇ ਹੁੰਦਾ ਸੀ ਵੀ ਤੁਸੀਂ ਕੰਮ ਲੈਣ ਜਾਂਦੇ ਆ, ਕੰਮ ਦੇਰੀ ਜ਼ਰੂਰ ਹੁੰਦੀ ਆ, ਲੇਕਿਨ ਕੰਮ ਪੈਸੇ ਤੋਂ ਬਗੈਰ ਵੀ ਕਈ ਜਗ੍ਹਾ ਹੁੰਦੇ ਆ। ਤੇ ਕਈ ਜਗ੍ਹਾ ਇਹਨਾਂ ਦੇ ਏਜੰਟ ਵਧਾਤੇ ਜਿਹੜੇ ਬੰਦੇ ਰੂਟੀਨ ਵਾਲੇ ਆਉਣ ਵਾਲੇ ਨੇ, ਟਾਊਟ ਕਿਸਮ ਦੇ, ਉਹਨਾਂ ਨੂੰ ਕਹਿਤਾ ਭਾਈ ਸਾਡੇ ਕੋਲ ਕਿਸਮ ਜਾਏ ਬਾਹਰੋਂ ਬਾਰੀ ਕਰ ਭੁੱਲੇ ਵੀ ਬਾਅਦ ਕਰ ਲਾਂਗਾ ਜੀ, ਲੇਕਿਨ ਫਿਰ ਵੀ ਕੁਛ ਕੰਟਰੋਲ ਹੋਇਆ। 90581313209058131320 ਸਾਡੇ ਇੱਥੇ ਹੈਗੀ ਆ ਅੱਜ 25 ਦੀ ਸ਼ਾਮ ਚੱਲਦੀ ਪਈ ਇਸ ਵਕਤ। ਹਾਂਜੀ 11:45 ਹੋਏ ਨੇ, 15 ਕੁ ਮਿੰਟ ਆਪਣੇ ਕੋਲ ਹੋਰ ਆ। ਤੁਹਾਡੇ ਹੈਗੀ 26 ਤੇ ਤੁਹਾਡੇ ਮਤਲਬ ਕੱਲ 27 ਹੋ ਜਾਣੀ ਤੁਹਾਡੇ ਮੁਤਾਬਕ। ਹਾਂਜੀ ਉੱਥੇ ਬੈਠ ਕੇ ਉੱਥੇ ਅਕਾਲੀ ਦਲ ਬਾਦਲ ਦੀ ਹੋਵੇਗੀ ਕੋਰ ਕਮੇਟੀ ਦੀ ਮੀਟਿੰਗ। ਬਿਲਕੁਲ ਜੀ, ਪਰ ਪੰਚਾਂ ਦਾ ਕਿਆ ਸਿਰ ਮੱਥੇ ਭਰਨ ਵਾਲਾ ਉੱਥੇ ਦਾ ਉੱਥੇ। ਜੇ ਜੱਗੋਂ 13ਵੀਂ ਹੋਵੇ, ਜਿਹੜੀ ਤੁਸੀਂ ਕਈ ਵਾਰ ਗੱਲ ਕਹਿ ਚੁੱਕੇ ਹੋ, ਰੰਗਲਾ ਪੰਜਾਬ ਦੇ ਵਿੱਚ ਵੀ, ਸਵੇਰ ਵਾਲਾ ਜੀ, ਸ਼ਾਮ ਦੇ ਵੀ ਬਾਦਲ ਵੱਡੇ ਸਾਹਿਬ ਨੇ ਕਿਹਾ ਸੀ ਵੇਖੀ ਕਿਤੇ ਭੁੱਲ ਕੇ ਵੀ ਪ੍ਰਧਾਨਗੀ ਤੋਂ ਅਸਤੀਫਾ ਨਾ ਦੇ ਦੀ, ਤੈਨੂੰ ਤਾਂ ਝੂਠਾ ਸੱਚਾ ਕੇਸ ਕਰਕੇ ਤੇ ਚੱਲ ਮੇਰੇ ਭਾਈ ਅੰਦਰ, ਤੇ ਤੇਰੀ ਮੁਲਾਕਾਤ ਕਿਸੇ ਨੇ ਨਹੀਂ ਆਉਣਾ। ਭਾਵੇਂ ਕਿ ਧਰਮ ਪਤਨੀ ਜਾਊਗੀ, ਬੱਚੇ ਜਾਣਗੇ, ਹੋਰ ਸਾਲੇਹਾਰ ਵੀ ਜਾ ਸਕਦੀ ਆ, ਦੂਜੇ ਤੀਜੇ ਵੀ ਆ ਸਕਦੇ, ਕੋਈ ਨਜ਼ਦੀਕੀ ਹੁੰਦੇ ਵੀ ਨੇ ਚਲੋ ਹੈ ਨਾ, ਜਾ ਸਕਦੇ ਨੇ, ਜਾਣਗੇ ਵੀ। ਭਲਕੇ 27 ਜੁਲਾਈ ਨੂੰ ਅਕਾਲੀ ਦਲ ਬਾਦਲ ਦੀ ਹੋਣੀ ਹੈ ਕੋਰ ਕਮੇਟੀ ਦੀ ਮੀਟਿੰਗ। ਪ੍ਰਧਾਨਗੀ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਕੌਣ ਆਖੇਗਾ ਰਾਣੀ ਨੂੰ ਅੱਗਾ ਟੱਕ, ਹੈ ਕੋਈ? ਬਿਲਕੁਲ ਜੀ, ਜਿਹੜੀ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਜੀ, ਕੋਰ ਕਮੇਟੀ ਦੀ ਮੀਟਿੰਗ ਨੂੰ ਜਿਹੜੀ 13 ਮੈਂਬਰੀ ਕਮੇਟੀ ਬਣਾਈ ਸੀ, ਉਹਦੇ ਮੁਖੀ ਇਕਬਾਲ ਸਿੰਘ ਝੁੰਦਾ ਨੂੰ ਉੱਚ ਸਪੈਸ਼ਲ ਬੁਲਾਇਆ। ਅੱਛਾ। ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਫੋਨ ਕੀਤਾ, ਭਾਈ ਤੁਸੀਂ ਉਸ ਮੀਟਿੰਗ 'ਚ ਸ਼ਾਮਲ ਹੋਆ। ਸ਼ਾਮਲ ਹੋ ਕੇ ਉਹਨਾਂ ਨੂੰ ਕੀ ਪੁੱਛ ਪੜਤਾਲ ਦਿੱਤੀ ਜਾਂਦੀ ਹੈ ਕਿ ਕੀ ਨਿਰਦੇਸ਼ ਦਿੰਦੇਗਾ, ਤੁਸੀਂ ਕੀ ਕਰ। ਇਹ ਦੋ ਗੱਲਾਂ ਇਕੱਠੀਆਂ ਇੱਥੇ।
ਕਿ ਜੇ 12 ਦੇ ਮੈਂਬਰ 12 ਮੈਂਬਰ ਬਣਾ ਲੈਂਦੇ ਬਾਕੀ ਵੀ, ਤੇ ਉਹਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਨੇ ਨਹੀਂ ਹੋਣਾ ਸੀ। ਜੇ ਮਨਪ੍ਰੀਤ ਇਆਲੀ ਆਉਂਦਾ ਤੇ ਉਹ ਇੰਨੀ ਗੱਲ ਕਹਿੰਦਾ ਕਿ ਨਹੀਂ ਬਾਦਲ ਸਾਹਿਬ ਗੱਲ ਬਣਦੀ ਨਹੀਂ, ਜਿਹੜੀ ਰਿਪੋਰਟ ਦਿੱਤੀ ਹੈ ਉੱਤੇ ਗੌਰ ਕਰਵਾਓ। ਬਕਾਇਦਾ ਤੌਰ ਤੇ ਚੰਦੂ ਮਾਜਰਾ ਸਾਹਿਬ, ਪ੍ਰੇਮ ਸਿੰਘ ਚੰਦੂ ਮਾਜਰਾ ਦੇ ਅੰਦਰ ਖਾਤੇ 'ਚ ਬੜੇ ਕੁੱਟਦੇ ਨੇ ਵੀ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ। ਲੇਕਿਨ ਜਦੋਂ ਕੋਈ ਸਵਾਲ ਪੁੱਛਿਆ ਜਾਂਦਾ ਕਿ ਨਹੀਂ, ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ, ਲੋੜ ਹੀ ਨਹੀਂ ਲੀਡਰਸ਼ਿਪ ਦੀ। ਜੇ ਲੋੜ ਨਹੀਂ ਤੇ ਫਿਰ ਬੁਲਾਇਆ ਕਾਹਦੇ ਵਾਸਤੇ? ਬਿਲਕੁਲ। ਫਿਰ ਕੋਰ ਕਮੇਟੀ ਦੀ ਮੀਟਿੰਗ ਕਰ ਲਈ, ਕੋਰ ਕਮੇਟੀ ਦੀ ਮੀਟਿੰਗ ਕਰ ਲਈ, ਫਿਰ ਸਭ ਕੁਝ ਠੀਕ ਹੀ ਆ। ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਸਵਾਲ ਪੁੱਛਿਆ ਕਿ ਇਆਲੀ ਸਾਹਿਬ ਜਿਹੜੇ ਤੁਹਾਡੇ ਵਿਧਾਨ ਸਭਾ ਦੇ ਪਾਰਟੀ ਲੀਡਰ ਵੀ ਨੇ, ਉਹਨਾਂ ਨੇ ਤੁਹਾਡੀ ਬਗਾਵਤ ਕੀਤੀ ਤੇ ਮੈਂ ਵੋਟ ਕਿਸ ਨੂੰ ਨਹੀਂ ਪਾਉਣੀ ਰਾਸ਼ਟਰਪਤੀ ਦੀ ਮੌਕਾ ਤੇ। ਉਹਨੇ ਕਿਹਾ ਵੀ, ਮੰਗ ਵੀ ਕੀਤੀ ਵੀ ਤੁਸੀਂ ਅਸਤੀਫਾ ਦਿਓ, ਲੀਡਰਸ਼ਿਪ ਤਬਦੀਲੀ ਚਾਹੀਦੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ? ਉਹਨਾਂ ਨੇ ਇੰਨੀ ਗੱਲ ਕਹਿਤੀ ਜੀ, ਕੱਲੇ ਕਾਲੇ ਬੰਦੇ ਦੇ ਬਿਆਨ ਦਾ ਮੈਂ ਕੀ ਜਵਾਬ? ਉਹਦੀ ਆਪਣੀ ਵਿਚਾਰਧਾਰਾ ਵਾ, ਬਾਕੀ ਜਿਹੜੀ ਪਾਰਟੀ ਚਲਾਉਣੀ ਹੁੰਦੀ ਹੈ ਉਹ ਜੁਆਇੰਟ ਚਲਾਈਦੀ ਹੈ। ਜਦੋਂ ਕੋਰ ਕਮੇਟੀ ਦੀ ਮੀਟਿੰਗ ਸਾਰੇ ਬੈਠੇ ਹੋਏ ਕਰ ਲਾਂਗੇ ਵਿਚਾਰ ਕਿਹੜੀ ਗੱਲ ਕਰਨੀ ਹੈ। ਇਸੇ ਕਰਕੇ ਇਆਲੀ ਨੂੰ, ਤੁਹਾਨੂੰ ਲੱਗਦਾ ਕਿ ਕੋਰ ਕਮੇਟੀ ਦੇ ਇਆਲੀ ਸਾਹਿਬ ਨੂੰ ਸਾਈਡ ਤੇ ਕਰਕੇ ਜਿਹੜੇ ਬਾਕੀ ਦੇ ਬੰਦੇ ਨੇ ਉਹਨਾਂ 'ਚ ਕੋਈ ਹੈਗਾ ਜੁਰਤ ਵਾਲਾ, ਕੋਈ ਵੀ ਬ੍ਰਹਮਪੁਰਾ ਸਾਹਿਬ ਵਰਗੇ ਹੈਗੇ ਨੇ ਕੋਈ? ਪਰ ਚਲੋ ਬ੍ਰਹਮਪੁਰਾ ਸਾਹਿਬ ਨੇ, ਸਰਦਾਰ ਬ੍ਰਹਮਪੁਰਾ ਸਾਹਿਬ ਦੀ ਮੈਂ ਹੁਣ ਕੀ ਕਹਾਂ, ਉਹ ਮੁਰਦਰਾਜ ਨੇ, ਪਰ ਉਹ ਵਾਪਸ ਫੇਰ ਆ ਗਏ। ਜਿਵੇਂ ਉਹਨਾਂ ਨੇ ਪਾਣੀ ਪੀ ਕੋਸਿਆ, ਉਹ ਬੋਲੇ ਤਾਂ ਸੀ ਨਾ ਉਦੋਂ, ਬਾਕੀ ਵੀ ਅੰਦਰ ਖਾਤੇ ਬੋਲੇ। ਪਰ ਕੀ ਲੱਗਦਾ ਤੁਹਾਨੂੰ ਕਿ ਕੋਰ ਕਮੇਟੀ 'ਚ ਕੋਈ ਇਹੋ ਜਿਹਾ ਬੰਦਾ ਹੈਗਾ ਜੁਰਤ ਵਾਲਾ? ਗਿਆ ਹੈਗਾ? ਵੇਖੋ ਉਹ ਤਾਂ ਬੋਲਣਗੇ ਨਹੀਂ, ਬਿਲਕੁਲ ਨਹੀਂ ਬੋਲਣਗੇ। ਅੱਗੇ ਉਹਨਾਂ ਬੋਲ ਕੇ ਵੇਖ ਲਿਆ, ਲਾਂਭੇ ਹੋਣਾ ਪਿਆ, ਫਿਰ ਵਾਪਸ ਆਉਣਾ ਪਿਆ। ਪਹਿਲੀ ਗੱਲ ਤਾਂ ਮੈਨੂੰ ਉਮੀਦ ਨਹੀਂ ਸੀ ਉਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਆ। ਲੇਕਿਨ ਇਹ ਆ ਚਰਚਾ ਜ਼ਰੂਰ ਛਿੜੇਗੀ ਇਸ ਗੱਲ ਦੀ ਕਿ ਬਾਦਲ ਸਾਹਿਬ ਵੇਖੋ, ਲੋਕਾਂ 'ਚ ਚਰਚਾ ਅਸੀਂ ਤੁਹਾਡੇ ਨਾਲ ਖੜੇ, ਜਿੱਦਾਂ ਤੁਸੀਂ ਤੁਹਾਡੇ ਨਾਲ ਕਰੋ, ਲੇਕਿਨ ਲੋਕ ਮੰਗ ਕਰ ਰਹੇ ਆ ਵੀ ਤੁਸੀਂ ਅਸਤੀਫਾ ਦੇ ਕੇ ਕੋਈ ਆਪਣੀ ਪ੍ਰੈਜ਼ੀਡੈਂਟ ਬਣਾ ਦਿਓ, ਕੋਈ ਕਾਰਜਕਾਰੀ ਪ੍ਰਧਾਨ ਬਣਾ ਦਿਓ। ਚਰਚਾ ਹੋਏਗੀ ਜ਼ਰੂਰ, ਲੇਕਿਨ ਉਹਦੇ ਵਿੱਚ ਮੇਰੇ ਕੋਲ ਲਗਾਉ ਜਿਹੜੇ ਬੈਠਣਗੇ 4-5, ਉਹਨਾਂ ਨੇ ਲੋੜ ਨਹੀਂ ਜੀ, ਲੋੜ ਨਹੀਂ, ਕੰਮ ਚੱਲਦਾ ਵਾ। ਚੀਮਾ ਸਾਹਿਬ ਬਾਰੇ ਕੀ ਵਿਚਾਰ ਆ? ਚੀਮਾ ਸਾਹਿਬ ਬਣ ਸਕਦੇ ਆ? ਮੁਸ਼ਕਲ ਆ ਜੀ। ਕਾਰਜਕਾਰਨੀ ਦੇ ਪ੍ਰਧਾਨ ਚੀਮਾ ਸਾਹਿਬ ਬਹੁਤ ਸੀਨੀਅਰ ਵੀ ਨੇ ਔਰ ਬੜੇ ਐਕਚੁਅਲੀ ਬੇਸਿਕਲੀ ਇਹਨਾਂ ਨੂੰ ਕੋਈ ਬਾਬਾ ਲੱਭਣਾ ਚਾਹੀਦਾ, ਜਿਹੜਾ ਬੰਦਾ ਧੀਰਾ ਵੀ ਹੋਵੇ, ਸਿਆਣਾ ਵੀ ਹੋਵੇ ਤੇ ਕਿਸੇ ਪਾਰਟੀ ਦੇ ਸੰਬੰਧ ਰੱਖਦਾ। ਤੇ ਸਾਡਾ ਇੱਕ ਸੰਤਾਂ ਦਾ ਸਾਡਾ ਕੱਚ ਪਿਆਰ ਅਕਾਲੀ ਦਲ ਦਾ, ਜਿੱਥੇ ਸੰਤ ਰਹੇ ਉਦੋਂ ਕਾਮਯਾਬ ਰਿਹਾ ਅਕਾਲੀ। ਜਦੋਂ ਫਿਰ ਪਰਿਵਾਰਵਾਦ ਚ ਆ ਗਿਆ ਤੇ ਫਿਰ ਤੁਹਾਨੂੰ ਪਤਾ ਜਿੱਦਾਂ ਕੰਮ ਚੱਲਦਾ ਹੁੰਦਾ। ਪਰਿਵਾਰਵਾਦ ਤੇ ਵੇਖੋ, ਨੱਡਾ ਸਾਹਿਬ ਦੀ ਕੋਈ ਮੀਟਿੰਗ ਹੋਵੇ ਉਹਨਾਂ ਪਰਿਵਾਰਵਾਦ ਦੀ ਗੱਲ ਜ਼ਰੂਰ ਕਰ ਰਹੀ ਹੁੰਦੀ ਹੈ, ਤੇ ਜਦੋਂ ਕੋਈ ਪੱਤਰਕਾਰ ਕਹਿ ਦਿੰਦਾ ਜੀ ਉਹ ਰਾਜਨਾਥ ਸਿੰਘ ਦਾ ਮੁੰਡਾ ਵੀ, ਉਹ ਚੁੱਪ ਕਰ ਦੂੰ ਯਾਰ, ਇਹਦੀ ਗੱਲ ਕਰੀ। ਫਿਰ ਹਮਲਾ ਕਰਨ ਹੁੰਦਾ ਇੱਥੇ ਤੇ ਆਪਾਂ ਗਾਂਧੀ ਪਰਿਵਾਰ ਤੇ, ਗਾਂਧੀ ਪਰਿਵਾਰ ਵਾਲੇ, ਗਾਂਧੀ ਪਰਿਵਾਰ। ਉਧਰ ਵਿਚਾਰੇ ਗਡਕਰੀ ਸਾਹਿਬ ਬੜੇ ਆਪ ਸਾਹਿਬ ਕਹਿੰਦੇ ਵੀ ਅਸਤੀਫਾ ਨਹੀਂ, ਰਾਜਨੀਤੀ ਛੱਡਣ ਨੂੰ ਮਨ ਕਰਦਾ। ਗਡਕਰੀ ਸਾਹਿਬ ਕੀ ਕਹਿੰਦੇ? ਗਡਕਰੀ ਸਾਹਿਬ ਦੇਖੋ, ਪ੍ਰਧਾਨ ਵੀ ਕਰ ਲਈ ਹੈ, ਮੰਤਰੀਸ਼ਿਪ ਵੀ ਕਰ ਲਈ ਹੈ, ਬੜਾ ਕੁਛ ਕਰ ਲਿਆ ਵਾ। ਉਹ ਦਾਅਵੇਦਾਰ ਤੇ ਗਿਆ ਪ੍ਰਧਾਨ ਮੰਤਰੀ ਦੇ, ਹੁਣ ਉੱਥੋਂ ਤੱਕ ਪਹੁੰਚ ਨਹੀਂ ਜਾਂਦੀ। ਪਿਛਲੀ ਵਾਰੀ ਉਹਨਾਂ ਕਾਫੀ ਹੱਥ ਪੈਰ ਮਾਰੇ ਸੀ, ਗੱਲ ਬਣੀ ਨਹੀਂ। ਹੁਣ ਕੀ ਮੈਂ ਸੋਚਦਾ ਜਾਂ ਰਾਜਨੀਤੀ ਛੱਡ ਕੇ ਕੋਈ ਹੋਰ ਕੰਮ ਕਰਨੀ, ਬੜੇ ਕੰਮ ਦਾ ਕਰਦਾ। ਚੱਲੀ ਤੇ ਜਾਣੀ ਸੱਤਾ ਚ ਕੀ ਕੁਰਸੀ ਦੇ ਬਹਿ ਗਏ ਬੰਦੇ ਸੀ, ਕੀ ਕਰ ਸਕਦੇ? ਕੁਛ ਨਹੀਂ ਕਰ ਸਕਦੇ। ਜੇ ਦੇਸ਼ ਸੇਵਾ ਕਰਨੀ ਸਿਰਫ ਇਹ ਸਿਆਸਤ ਨਹੀਂ ਹੈਗੀ, ਦੇਸ਼ ਸੇਵਾ ਕਰਨ ਵਾਸਤੇ ਹੋਰ ਬੜੇ ਕੰਮ ਹੈਗੇ। ਗਡਕਰੀ ਸਾਹਿਬ ਗੱਲ ਤੁਸੀਂ ਕੀਤੀ ਵਧੀਆ, ਜਿਹਨੂੰ ਤੁਸੀਂ ਸੁਣਾਈ ਉਹ ਵੀ ਸਭ ਨੂੰ ਪਤਾ ਕਿਹਨੂੰ ਸੁਣਾਈ ਤੁਸੀਂ ਮੀਟਿੰਗ। ਇਸ ਕਰਕੇ ਗਡਕਰੀ ਸਾਹਿਬ ਦਾ ਬਿਆਨ ਵੀ ਇੱਕ ਚਰਚਾ ਦਾ ਵਿੱਚ ਆਉਣੇ ਦਿਨ ਚ ਬਣੇਗਾ ਕਿ ਗਡਕਰੀ ਸਾਹਿਬ ਹੁਣ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ ਜਾਂ ਸਿਆਸਤ ਛੱਡਣਗੇ। ਬਸ। ਅੱਛਾ, UPS ਦੀ ਤਿਆਰੀ ਕਰ ਰਹੀ ਲੜਕੀ ਨੂੰ ਪੁਲਿਸ ਜਾਲੀ STM ਦੇ ਕਾਰਡ ਸਮੇਤ ਕੀਤਾ ਗ੍ਰਿਫਤਾਰ। ਇਹ ਫਤਿਹਗੜ੍ਹ ਸਾਹਿਬ ਦੀ ਗੱਲ ਹੈ। ਅੱਛਾ, ਇਹ ਮਨਵੀਰ ਕੌਰ ਕੁੜੀ ਹੈ। ਇਹ ਆਪਣੇ ਆਪ ਨੂੰ SDM ਰੋਪੜ ਦੱਸਦੀ।
ਇਹਨੇ ਇੱਕ ਪੱਤਰ ਲਿਖਿਆ ਐਸਡੀਐਮ ਰੋਪੜ ਦੀ ਮੋਹਰ ਲਾ ਕੇ ਵੀ ਆਹ ਜਿਹੜਾ ਦਰਖਤ ਇੱਥੇ ਹੈਗਾ ਨਾ ਇਹਨੂੰ ਕੱਟ ਦਿੱਤਾ ਜਾਵੇ। ਉਹ ਬੋਰ ਦਾ ਦਰਖਤ ਸੀ। ਜਿਹੜੇ ਕੱਟਣ ਵਾਲੇ ਠੇਕੇਦਾਰ ਸੀ ਉਹਨਾਂ ਨੇ ਲੱਖਾਂ ਰੁਪਏ ਦਿੱਤੇ ਬੀਬੀ। ਉਹ ਜਦੋਂ ਡੀਡੀਪੀ ਇੱਕ ਬੀਬੀ ਸਰਬਜੀਤ ਕੌਰ ਸੀ, ਉਹਦੇ ਕੁਝ ਲੈਟਰ ਜਾਂਦੀ ਹੈ ਤਾਂ ਉਹ ਪੁਲਿਸ ਨੂੰ ਕਹਿੰਦੀ ਮੈਨੂੰ ਲੱਗਦੀ ਨਹੀਂ ਲੈਟਰ ਫਰੀ ਹੋਵੇ, ਇਹ ਸੱਚੀ ਲੱਗਦੀ ਨਹੀਂ। ਉਹ ਪੁਲਿਸ ਨੂੰ ਦਿੰਦੇ ਆ। ਅਰਸ਼ਦੀਪ ਸਿੰਘ ਇੰਸਪੈਕਟਰ ਸੀ, ਉਹਦੀ ਜਾਂਚ ਕਰਦਾ। ਜਾਂਚ ਪਤਾ ਜਾਂਦਾ ਕਿ ਇਹ ਮਨਵੀਰ ਕੌਰ ਨੇ ਜਿਹੜੀ ਇਹ ਲੈਟਰ ਜਾਰੀ ਕੀਤੀ ਹੈ। ਜਦੋਂ ਮਨਵੀਰ ਕੌਰ ਨੂੰ ਫੜਿਆ ਜਾਂਦਾ ਤਾਂ ਇੱਕੋ ਗੱਲ ਕਹਿੰਦੀ ਮੈਂ ਡਿਊਟੀ ਸੀ, ਤਿਆਰੀ ਕਰਦੀ ਸੀ, ਪੈਸੇ ਕੋਲ ਹੈ ਨਹੀਂ ਸੀਗੇ, ਇਸ ਕਰਕੇ ਮੈਨੂੰ ਪੈਸੇ ਦੀ ਲੋੜ ਸੀ, ਮੈਂ ਕਰਤਾ ਕੰਮ ਕਰਤਾ। ਹੁਣ ਤੁਸੀਂ ਆਪਣਾ ਕੰਮ ਕਰੋ, ਨਹੀਂ ਨਿਕਲ ਜਿਹੜੀ ਫੇਕੀ ਹੈ। ਅੱਛਾ, ਇਸ ਕਰਕੇ ਉਹਨੇ ਜਾਲੀ ਲੈਟਰ ਜਾਰੀ ਕੀਤੀ ਤੇ ਹੋਰ ਵੀ ਗੱਲ ਤਫਤੀਸ਼ ਕੀਤੀ ਜਾ ਰਹੀ ਸੀ। ਕਿ ਇਹੋ ਕੀਤੀ ਕਿ ਹੋਰ ਵੀ ਲੈਟਰ ਜਾਰੀ ਕੀਤੇ ਉਹਨੇ। ਬੜੀ ਹਿੰਮਤ ਉਹਦੀ ਬੀਬੀ ਤੇ ਨਾਲ 100 ਕਰੋੜ ਦੇ ਰਾਜ ਸਭਾ ਦੇ ਰਾਜਪਾਲ ਦੀ ਪਦਵੀ ਦਿਵਾਉਣ ਵਾਲੇ ਤੇ ਗ੍ਰਿਫਤਾਰ ਹੋਏ ਨੇ 3। ਹਾਂਜੀ, ਇਹ ਸੀਬੀਆਈ ਨੇ ਗ੍ਰਿਫਤਾਰ ਕੀਤੇ। ਇਹ ਹੈਗੇ ਨੇ ਇੱਥੇ ਜੀ, ਜਿਹਨੂੰ ਲਾਇਸੈਂਸ ਆਫਿਸਰ ਕਿਹਾ ਜਾਂਦਾ ਨਾ, ਇਹੋ ਜਿਹੇ ਬੰਦੇ ਇੱਕ ਨਹੀਂ ਕਈ ਹੈਗੇ। ਸੀਬੀਆਈ ਦੇ ਪਿੱਛੇ ਲੱਗੀ ਹੁਣ। ਸੀਬੀਆਈ ਨੇ ਹੁਣ 3 ਬੰਦੇ ਗ੍ਰਿਫਤਾਰ ਕੀਤੇ ਆ। ਇੱਕ ਮਹਾਰਾਸ਼ਟਰ ਦਾ ਵਾ, ਇੱਕ ਬਕਾਇਦਾ ਤੌਰ ਤੇ ਕਰਨਾਟਕਾ ਦਾ ਵਾ, ਤੇ ਇੱਕ 3 ਬੰਦੇ ਗ੍ਰਿਫਤਾਰ ਕੀਤੇ ਇਹਨਾਂ ਤੇ। ਸੌਰੀ 5 ਬੰਦੇ ਗ੍ਰਿਫਤਾਰ ਕੀਤੇ। ਇੱਕ ਬੰਦਾ ਜਿਹੜਾ ਸੀ ਭੱਜ ਗਿਆ। ਇੱਕ ਬੰਦੇ ਤੇ ਵੱਖਰਾ ਕੇਸ ਦਰਜ ਕੀਤਾ, ਉਹ ਸੀਬੀ ਦੇ ਕਿਤੇ ਘੜੀ ਦੇ ਗਾਲੀ ਪੈ ਗਏ ਸੀ। ਇਹ ਰਫੀ ਦਾ ਕੇਸ ਤੋਂ ਉਹ ਵੀ ਦਰਜ ਕੀਤਾ। ਪਰ ਲੋਕੀ ਮੈਂ ਇਸ ਲਈ ਆ ਵੀ ਇਹ ਕਹਿੰਦੇ ਜੀ ਸਾਡੀ ਬੜੀ ਪਹੁੰਚ ਆ, ਅਸੀਂ ਫਲਾਣੇ ਮੰਤਰਾਲੇ 'ਚ ਕੰਮ ਕਰਦੇ ਆ। ਇੱਕ ਤੇ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਵੀ ਦੱਸਦਾ ਰਿਹਾ, ਜਿਹੜਾ ਕਮਾਲ ਕੱਚੀ ਤੇ ਮੈਂ ਸੀਬੀਆਈ ਅਧਿਕਾਰੀ ਹੈ। ਲੇਕਿਨ ਸੀਬੀਆਈ ਨੇ ਜਦੋਂ ਫੜਿਆ ਤੇ ਫਿਰ ਨਿਕਲਿਆ ਕੁਛ ਨਹੀਂ ਗਾ। 100 ਕਰੋੜ ਰੁਪਇਆ ਦਿਓ ਤੇ ਰਾਜਪਾਲ ਦੀ ਪਦਵੀ ਮਿਲੇਗੀ ਤੇ ਰਾਜ ਸਭਾ ਨੂੰ ਮਿਲੇਗੀ। ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ ਇਹ 100 ਕਰੋੜ ਰੁਪਏ ਲੈਂਦੇ ਸੀਗੇ, ਪੰਜਾਬ ਦੇ ਜਿਹੜੇ 7 ਜਾਂ 10 ਤੁਸੀਂ ਲੈਵਲ ਸਾਡੇ ਮੈਂਬਰ ਬਣੇ ਨੇ, ਇੱਥੋਂ ਨਜ਼ਰ ਤੁਸੀਂ ਯਾਦ ਕਰ ਲਓ, ਲੋਕ ਚਰਚਾ ਹੈਗਾ ਵੀ ਕੁਛ ਨਾ ਕੁਛ ਲੈਣ ਜਿਹੜੇ ਕਿਤੇ ਹੋਇਆ ਸੀਗਾ ਰੌਲਾ ਰੱਪਾ ਬਹੁਤ ਤਗੜਾ। ਨਾਂ ਨਹੀਂ ਲੈਣਾ ਚਾਹੀਦੇ ਕਿਸੇ ਵੇਲੇ, ਆਪਾਂ ਨੂੰ ਚਾਹੀਦਾ ਵਾ ਨਾਂ ਨਹੀਂ ਲੈਣੇ ਚਾਹੀਦੇ ਸਾਨੂੰ। ਚਲੋ ਐ ਨਹੀਂ, ਆਪਾਂ ਹੁਣ ਅੱਗੇ ਵੱਧਦੇ ਹੋਏ ਤੇ ਲਓ ਫਿਰ ਅਗਲੀ ਕਾਲ ਲੈ ਲੈਣੇ ਆ। ਮਿੰਟ ਆਪਣੇ ਕੋਲ 5-6 ਹੀ ਨੇ ਤੇ ਇੱਕ ਸਵਾਲ ਬੜਾ ਅਹਿਮ ਹੈ। ਸੇਵਾ ਕੇਂਦਰ ਨੂੰ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕਾਂ ਦਾ ਨਾਮ ਦੀ ਬਜਾਏ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਹੈ। ਵਾਹ ਜੀ ਵਾਹ, ਕਿਆ ਬਾਤ ਹੈ, ਆਮ ਆਦਮੀ ਕਲੀਨਿਕ। ਹਾਂਜੀ, ਵੈਲਕਮ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ ਜੀ। ਕਰਦੇ ਆ ਬਈ ਕੁਐਸਚਨ ਤਾਂ ਸੀਗੇ 2 ਪਰ ਮਿੰਟ ਦੇ 5 ਮੈਨੂੰ ਖਿਆਲ ਤੁਸੀਂ ਲੇਟ ਹੋਏ ਨਾ ਅੱਜ ਤੇ, ਵੇਖ ਲਓ ਤੁਹਾਡੇ 1 ਸੈਕਿੰਡ ਚ ਕਾਲ ਲੈ ਲਈ। ਮੈਂ ਕੀ ਕਰਾਂ, ਉਹ ਫਾਰਮ ਦੇ ਵਿੱਚੋਂ ਆਪਦਾ ਕੋਈ ਨਾ ਕੋਈ ਕੰਮ ਕਰਕੇ ਤੇ ਲੇਟ ਆਈਦਾ, ਫਰੂਟ ਸਟੈਂਡ ਬੰਦ ਕਰਕੇ ਫੇਰ ਆਈਦਾ। ਅੱਛਾ, ਉਹਦੇ ਚ ਇਉਂ ਆ ਬਈ IRS ਵਾਲੇ ਜਿਹੜੇ ਉਹਨਾਂ ਨੂੰ ਬਹੁਤ ਭਲੀ ਭਾਂਤ ਪਤਾ ਹੈ ਬਈ ਕੀ ਇਹ ਜੇਬ ਚੋਂ ਕਿੰਨੇ ਪੈਸੇ ਕੱਢਣੇ। ਤੇ ਇਹ ਮੈਂ ਅੱਗੇ ਵੀ ਦੱਸਿਆ ਭੱਟੀ ਸਾਹਿਬ ਨੂੰ, ਅੱਗੇ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਪਰ ਦੂਜੇ ਪਾਸੇ ਮੈਨੂੰ ਖੁਸ਼ੀ ਹੈ ਕਿ ਇੱਕ ਆਦੀਵਾਸੀਆਂ ਦੇ ਵਿੱਚੋਂ ਪ੍ਰੈਜ਼ੀਡੈਂਟ ਬਣੀ ਹੈ। ਪਰ ਅਫਸੋਸ ਇਹ ਹੈ ਕਿ ਲਿਖਿਆ ਹੋਇਆ ਜਿਹੜਾ ਉਹ ਪੜ੍ਹ ਰਹੀ ਹੈ ਪ੍ਰੈਜ਼ੀਡੈਂਟ ਸਾਡੀ, ਤੇ ਜੇ ਉਹਦੇ ਵਿੱਚ ਇੰਨਾ ਜਜ਼ਬਾ ਹੈ ਤਾਂ ਉਹ ਆਪਣੇ ਮਨ ਦੀ ਗੱਲ ਤਾਂ ਕਰੇ ਜੇ ਲਿਖਿਆ ਨਾ ਹੋਵੇ, ਫੇਰ ਗੱਲ ਕਰੋ। ਭੱਟੀ ਸਾਹਿਬ ਆਪੇ ਭੱਟੀ ਸਾਹਿਬ ਦੱਸਣਗੇ। ਮਿਹਰਬਾਨੀ ਭੱਟੀ ਸਾਹਿਬ, ਆਪਾਂ ਅਗਲੀ ਵੀ ਲੈ ਲਈਏ ਫਿਰ ਇਕੱਠਾ ਵਾਈਂਡ ਅਪ ਕਰ ਦਿੰਦੇ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਆਓ ਜੀ ਸਤਿ ਸ੍ਰੀ ਅਕਾਲ ਜੀ। ਭੱਟੀ ਸਾਹਿਬ, ਤੁਸੀਂ ਜਦੋਂ ਇਕੱਠਾ ਸਵਾਲ ਕਰ ਦਿੰਦੇ ਨਾ, ਫਿਰ ਸਵਾਲ ਦਾ ਜਵਾਬ ਨਹੀਂ ਠੀਕ ਤਰ੍ਹਾਂ ਮਿਲਦਾ। ਹੁਣ ਸਾਡੇ ਕੋਲ ਸਮਾਂ ਥੋੜਾ ਜਿਹਾ, ਤੁਹਾਡੀ ਕਾਲ ਨਾ ਲੈਂਦੇ ਫੇਰ ਤੁਸੀਂ ਉਹ ਦਾਤੀ ਨੂੰ ਦੋਨੋਂ ਪਾਸੇ ਦਿੰਦੇ, ਇੱਕ ਦੁਨੀਆ ਨੂੰ ਦੋਨੋਂ ਪਾਸੇ ਦਿੰਦੇ, ਦਾਤੀ ਨੂੰ ਇੱਕ ਪਾਸੇ। ਮੈਂ ਤੁਹਾਡੀ ਤਾਂ ਕਾਲ ਕੋਈ ਕਲੜੀ ਵੀ ਅਗਲਾ ਨਾਰਾਜ਼ ਨਾ ਹੋਵੇ, ਪਹਿਲੀ ਵਾਈਡ ਅਪ ਕਰਨਾ। ਨਾਰਾਜ਼ ਕਿਉਂ ਹੋਣਾ ਜੀ ਤੁਸੀਂ? ਨਹੀਂ, ਚਲੋ ਗੱਲ ਕਰੋ, ਸਵਾਲ ਕਰ ਲਓ ਪਲੀਜ਼ ਤੁਸੀਂ। ਮੇਰਾ ਸਵਾਲ ਤੇ ਜੀ ਦੇਖੋ, ਚਰਨਜੀਤ ਸਿੰਘ ਨੇ, ਚੰਨੀ ਨੇ ਵੀ ਇਹਨਾਂ ਕੁ ਚਿਰ ਰਾਜ ਕੀਤਾ ਸੀ ਜਿਹੜਾ ਚਿਰ ਭਗਵੰਤ ਸਿੰਘ ਮਾਨ ਨੂੰ ਹੋ ਗਿਆ। ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਦੇ ਜਰਾ ਤੁਸੀਂ ਭੱਟੀ ਸਾਹਿਬ। ਇਹ ਤਾਂ ਹੁਣ ਕੱਲ ਹੀ ਕਰਾਂਗੇ। ਚਲੋ ਠੀਕ ਹੈ ਜੀ। ਇਹ ਸਵੇਰ ਵਾਲਾ ਸਵੇਰੇ 10 ਤੋਂ ਲੈ ਕੇ 11 ਵਜੇ ਤੱਕ ਭੱਟੀ ਸਾਹਿਬ ਨੇ ਤੇ ਮੈਂ ਪ੍ਰੋਗਰਾਮ ਕਰਨਾ ਹੈ 1 ਘੰਟੇ ਦਾ, ਹਨਾ? ਨਹੀਂ, ਕੋਈ ਨਹੀਂ, ਮੈਂ ਤਾਂ ਬਸ ਉਹਦੇ ਚ ਕਰ ਲਾ ਕਿਉਂਕਿ ਇਹ ਬਹੁਤ ਲੰਬਾ। ਥੈਂਕ ਯੂ ਵੈਰੀ ਮਚ, ਮਿਹਰਬਾਨੀ। ਹਾਂਜੀ ਭੱਟੀ ਸਾਹਿਬ।
ਖਾਲਸਾ ਜੀ ਕੀ ਕਹੇ ਗਏ? ਜਿਹੜੀ ਗੱਲ ਪਹਿਲੀ ਖਾਲਸਾ ਜੀ ਨੇ ਆਖੀ ਹੈ ਜੀ, ਹੂੰ ਬੀਬੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਆਪਣੇ ਪੂਰੇ ਭਾਸ਼ਣ ਦੇ। ਹੂੰ ਉਹਨੇ ਕਿਹਾ ਗਰੀਬਾਂ ਦੇ ਸੁਪਨੇ ਸਾਕਾਰ ਹੋਣੇ ਚਾਹੀਦੇ। ਹੂੰ ਇਹ ਹਰ ਕੋਈ ਕਹਿੰਦਾ ਗਰੀਬਾਂ ਦੇ ਸੁਪਨੇ ਸਾਕਾਰ ਹੋਣੇ ਚਾਹੀਦੇ। ਨਾਲ ਉਹਨੇ ਵੀ ਗੱਲ ਕੀ ਕਿ ਖੁਸ਼ੀ ਦੀ ਗੱਲ ਸੀ, ਕਬਾਇਲੀ ਏਰੀਆ 'ਚ ਪਹਿਲੀ ਇੱਕ ਮਹਿਲਾ ਤੇ ਦੇਸ਼ ਦੀ ਦੂਸਰੀ ਮਹਿਲਾ ਜਿਹੜੀ ਹੈ ਉਹ ਰਾਸ਼ਟਰਪਤੀ ਬਣ ਗਈ। ਹੂੰ ਹੋਇਆ ਕੀ, ਜਿੱਥੇ ਬੀਬੀ ਰਹਿੰਦੀ ਸੀ ਨਾ ਉੱਥੇ ਮੋਬਾਈਲ ਦੀ ਰੇਂਜ ਬੜੀ ਘੱਟ ਆਉਂਦੀ ਸੀ ਹੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਵੀ ਮੇਰੀ ਦ੍ਰੋਪਦੀ ਮੁਰਮੂ ਨਾਲ ਗੱਲ ਕਰਾਓ। ਪ੍ਰਧਾਨ ਮੰਤਰੀ ਸਾਹਿਬ ਨੂੰ ਕੋਲੇ ਫਟਾਫਟ ਜੋ ਕਰਨਾ। ਹੁਣ ਹੋਇਆ ਕਿ ਉੱਥੇ ਜਦੋਂ ਗੱਲ ਕਰਾਓ ਤੇ ਉੱਥੇ ਰੇਂਜ ਨਹੀਂ ਆਉਂਦੀ। ਉਹਨਾਂ ਨੇ ਆਪਣੇ ਹੈੱਡ ਆਫਿਸ ਤੋਂ ਪਤਾ ਕੀਤਾ ਕਿ ਇੱਥੇ ਦੱਸੋ ਬੰਦਾ ਕਿਹੜਾ ਅਗਰ ਲੱਗ ਗਿਆ ਉੱਥੇ ਗੱਲ ਨਹੀਂ ਕਰਵਾ ਸਕਦਾ। ਉਹਨਾਂ ਕਿਹਾ ਠੀਕ ਹੈ ਜੀ। ਉਹਨੇ ਇੱਕ ਬੰਦੇ ਦਾ ਐਡਰੈਸ ਦਿੱਤਾ ਉਹਨਾਂ ਕਿ ਇਹ ਬੰਦਾ ਜਿਹੜਾ ਸਾਡਾ ਉੱਥੇ ਤਕੜਾ ਵਰਕਰ ਹੈਗਾ ਵਾ, ਤਕੜਾ ਉੱਥੋਂ ਦਾ ਅਗੂ ਹੈਗਾ, ਇਹਨਾਂ ਉਸ ਰਿਮੋਟ ਏਰੀਏ ਉਹ ਜਿਹੜਾ ਬੰਦਾ ਸੀਗਾ ਵਿਕਾਸ ਚੰਦਰ ਮਹਿਤਾਬੂ, ਉਹ ਦੁਕਾਨ ਕਰਦਾ ਸੀ। ਉਹਨੂੰ ਫੋਨ ਮਿਲਾਇਆ ਗਿਆ, ਉਹਨੂੰ ਕਿਹਾ ਗਿਆ ਜੀ ਅਸੀਂ ਤੁਹਾਡੀ ਜਗ੍ਹਾ ਤੋਂ ਬੋਲ ਰਹੇ ਕਿ ਪ੍ਰਧਾਨ ਮੰਤਰੀ ਨੇ ਜਿਹੜੀ ਦ੍ਰੋਪਦੀ ਮੁਰਮੂ ਨਾਲ ਗੱਲ ਕਰ, ਉਹ ਤੇਰੇ ਤੋਂ ਕਿੰਨੀ ਦੂਰ? ਉਹ ਕਹਿੰਦਾ ਅੱਧਾ ਕਿਲੋਮੀਟਰ। ਕਹਿੰਦੇ ਗੱਲ ਕਰ। ਉਹਨੇ ਫੋਨ ਹੋਲਡ ਕੀਤਾ, ਸਾਈਕਲ ਫੜਿਆ ਤੇ ਫਟਾਫਟ ਦੇ ਘਰ ਤੁਰ। ਫੋਨ ਫਿਰ ਕੱਟਿਆ ਗਿਆ। ਫਿਰ ਉੱਥੇ ਪਹੁੰਚਣ ਤੋਂ ਬਾਅਦ ਫੋਨ ਕੀਤਾ, ਫਿਰ ਕੱਟਿਆ ਗਿਆ। ਤੀਜੀ ਵਾਰੀ ਫੋਨ ਕੀਤਾ ਤੇ ਤੀਜੀ ਵਾਰੀ ਦ੍ਰੋਪਦੀ ਮੁਰਮੂ ਨਾਲ ਗੱਲ ਹੋਈ ਤੇ ਪ੍ਰਧਾਨ ਮੰਤਰੀ ਨੇ 2 ਲਫ਼ਜ਼ ਕਿਹਾ, द्रौपदी तेरे को हम राष्ट्रपति बना सकते बस। ਇਹ ਦ੍ਰੋਪਦੀ ਇਹਦੇ ਵਿੱਚੋਂ ਵੇਖੋ ਇੱਥੇ ਰਹਿੰਦੀ ਹੈ ਤੇ ਮੋਬਾਈਲ ਦੀ ਰੇਂਜ ਵੀ ਨਹੀਂ ਹੈਗੀ, ਲਾਈਟ ਨਹੀਂ ਹੈਗੀ ਉਹਦੇ ਘਰ ਦੇ ਵਿੱਚ ਤੱਕ। ਹੁਣ ਸ਼ਾਇਦ ਲੱਗ ਲੂਗੀ ਜਿਹੜੀ ਵੱਖਰੀ ਗੱਲ ਆ, ਲੇਕਿਨ ਬੀਬੀ ਨੇ ਨਵੀਂ ਗੱਲ ਕੋਈ ਨਹੀਂ ਕੀਤੀ। ਜਿਹੜੀ ਗੱਲ ਤੁਸੀਂ ਕਿਹਾ ਜੀ ਜਿਹੜਾ ਲਾਭ ਭਾਸ਼ਣ ਉਹ ਲਿਖਤੀ ਦਿੱਤਾ, ਇਹ ਠੀਕ ਗੱਲ ਤੁਹਾਡੀ। ਜਦੋਂ ਸ਼ੁਰੂ ਇੱਥੋਂ ਕਰਤਾ ਕਹਿ ਦਿੰਦੇ ਅਸੀਂ ਵੀ ਜਿਹੜਾ ਰਾਸ਼ਟਰਪਤੀ ਉਹ ਤੇ ਸਿਰਫ ਜਿਹੜਾ ਜਵਾਬ ਦੇ ਸਿਰਫ ਦੇਸ਼ ਵਾਸੀ ਨੂੰ ਨਹੀਂ, ਉਹ ਕੈਬਨਿਟ ਨੂੰ ਜਵਾਬ ਦੇ ਬਸ। ਕੈਬਨਿਟ ਨੇ ਜੋ ਪਾਸ ਲਿਖ ਕੇ ਭੇਜਤਾ ਤੇ ਮੋਹਰ ਲਾ ਦੇਣੀ। ਚਲੋ ਪਾਟਿਲ ਸਾਹਿਬ ਜਦੋਂ ਪੇਪਰ ਦਾਖਲ ਹੋਏ ਨੇ, ਪੇਪਰ ਦਾਖਲ ਪ੍ਰਧਾਨ ਮੰਤਰੀ ਸਾਹਿਬ ਕਰਦੇ ਪਏ ਨੇ। ਜੀ ਜੀ ਜੀ। ਬੀਬੀ ਮੁਰਮੂ ਦਾ ਹੱਥ ਵੀ ਨਹੀਂ ਹੈਗੀ ਫਾਈਲ ਤੇ ਵੀ ਹੱਥ ਨਹੀਂ ਹੈਗਾ। ਜੀ ਆਪਾਂ ਉਦੋਂ ਵੀ ਗੱਲ ਕੀਤੀ ਸੀ। ਚਲੋ ਗੱਲ ਇਹ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਸ਼ੇਅਰ ਕਰਨਾ ਨਾ ਸ਼ੇਅਰ ਕਰਨਾ ਸਾਡੇ ਜਿਹੜੇ ਆ ਦਰਸ਼ਕ ਸਰੋਤੇ ਨੇ ਉਹਨਾਂ ਦੀ ਆਪਣੀ ਮਨੋਕਾਮਨਾ, ਆਪਣੀ ਸੋਚ ਹੈ। ਪਰ ਇਹ ਲੀਰਾਂ ਨਹੀਂ ਗੀਆਂ ਇਹਨਾਂ ਦੇ ਮਗਰ ਕੋਈ ਨਾ ਕੋਈ, ਮਤਲਬ ਇਹਦੇ ਵਿੱਚ ਇਹ ਨਹੀਂ ਕਿ ਬਿਨਾਂ ਵਜ੍ਹਾ ਦੇ 4 ਲਫ਼ਜ਼ ਇੰਗਲਿਸ਼ ਦੇ ਮਾਰੇ ਹੋਣ, ਸਟਾਈਲ ਜਿਹਾ ਛੱਡਿਆ ਹੋਵੇ, ਛੂੰ ਛਾਂ ਮਾਰਿਆ ਹੋਵੇ, ਫਿਰ ਤੁਸੀਂ ਸ਼ੇਅਰ ਕਰ ਦਿਓ, ਲਾਂਤੀਓ। ਆਹ ਜਿਹੜੀ ਚੀਜ਼ ਕਹੀ ਹੈ ਨਾ ਮੈਂ ਵੀ ਉਹਨੂੰ ਐਨਾਲਿਸਿਸ ਕਰਕੇ ਵੇਖੋ ਤੁਸੀਂ, ਹੈ ਨਾ ਵੀ ਫਾਈਲ ਤੇ ਪ੍ਰਧਾਨ ਮੰਤਰੀ ਸਾਹਿਬ ਦਿੰਦੇ ਆ ਰਾਸ਼ਟਰਪਤੀ ਦੀ ਪੇਪਰ ਜੋ ਦਾਖਲ ਕਰਨੇ ਆ, ਤੇ ਬਾਕੀ ਕੰਮ ਕੀ ਰਹਿ ਗਿਆ? ਬਾਕੀ ਕੰਮ ਦੱਸੋ, ਬਾਕੀ ਕੰਮ ਕੀ ਰਹਿ ਗਿਆ? ਫਿਰ ਬਾਕੀ ਤਾਂ ਦੇਖ ਪਿਆ ਨਾ, ਹੁਣ ਜੇ ਲਿਖਤੀ ਨੂੰ ਵੀ ਦੇ ਦਿੱਤਾ ਤੇ ਇੰਨੇ ਵੱਡੇ ਆਉਂਦੇ ਤੇ ਰਹੀ ਹੋਵੇ ਉਹ ਔਰਤ ਪਹਿਲਾਂ, ਤੇ ਉਹਦੇ ਆਪਣੇ ਏਰੀਏ ਦੇ ਵਿੱਚ ਇੱਕ ਬਿਜਲੀ ਦਾ ਬਲਬ ਨਾ ਜਗਦਾ ਹੋਵੇ, ਕੀ ਕਹੋਗੇ ਤੁਸੀਂ? ਪਰ ਦੇਸ਼ ਵਾਸੀਆਂ ਵਾਸਤੇ ਕਿੰਨਾ ਕੁ ਸੋਚੂਗੀ ਉਹ, ਜੇ ਆਪਣੇ ਇਲਾਕੇ ਵਾਸਤੇ ਨਹੀਂ ਸੋਚ ਸਕਦੀ, ਲੈ ਕੇ ਨਹੀਂ ਜਾ ਸਕਦੇ। ਕਰਨ ਵਾਲਿਆਂ ਨੇ ਤਾਂ ਨਦੀਆਂ ਦੁੱਧ ਦੀਆਂ ਵਹਾਤੀਆਂ ਨਾ। ਪਿੱਛੇ ਜੇ ਸੀਗਾ ਇੱਕ ਹਿੰਦੁਸਤਾਨ ਦੇ ਵਿੱਚ ਹੀ ਆ ਵੀ ਉਹਦੀ ਪਤਨੀ ਬਿਮਾਰ ਸੀ, ਉਹਦੀ ਸਟੋਰੀ ਬੜੀ ਵੱਡੀ ਛਪੀ ਆ, ਤੇ ਉਹਨੂੰ ਦੂਜੇ ਰਸਤੇ ਥਾਂ ਲੈ ਕੇ ਜਾਣ, ਰਸਤਾ ਬੜਾ ਲੰਬਾ ਪੈਂਦਾ ਸੀ, ਤੇ ਉਹਦੀ ਵਾਈਫ ਦੀ ਡੈਥ ਹੋ ਗਈ, ਤੇ ਉਹਨੇ ਸ਼ਾਰਟਕਟ ਵਾਸਤੇ ਪੱਥਰ ਨੂੰ ਚੀਰ ਕੇ, ਪਹਾੜ ਨੂੰ ਚੀਰ ਕੇ ਰਸਤਾ ਛੋਟਾ ਬਣਾ ਦਿੱਤਾ ਕੱਲੇ ਬੰਦੇ ਨੇ। ਦਰਸ਼ਨ ਮਾਜੀ ਸੈਨਾ ਸੀ। ਹਾਂ ਹਨਾ। ਤੇ ਫਿਰ ਉਹ ਤਾਂ ਸਿਰੜ ਸੀ, ਲਗਨ ਸੀ ਵੀ ਮੈਂ ਕਰਨਾ ਵੀ ਆਉਣ ਵਾਲੇ ਮੇਰੀ ਧਰਮ ਪਤਨੀ ਇਦਾਂ ਚਲ ਗਈ ਆ ਰਾਜਕ ਨੂੰ ਸ਼ਾਰਟਕਟ ਵਾਸਤੇ ਮੈਂ ਰਸਤਾ ਬਣਾਵਾਂ। ਉਹਨੇ ਦਿਨ ਰਾਤ ਮਿਹਨਤ ਕਰਕੇ ਬਣਾਤੀ, ਤੇ ਇਹਦੀ ਪਾਵਰ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਕੋਲ ਉਹ ਆਪਣੇ ਇਲਾਕੇ ਨੂੰ, ਆਪਣੇ ਏਰੀਏ ਨੂੰ ਜਾਂ ਆਪਣੇ ਲੋਕਾਂ ਨੂੰ ਨਹੀਂ ਸਹੂਲਤਾਂ ਦਵਾ ਸਕੇ ਜਿਹੜੀਆਂ ਕਿ ਮਿਲ ਸਕਦੀਆਂ ਨੇ। ਕਿਉਂ? ਅੱਜ ਅਸੀਂ ਮੰਗਲ ਤੇ ਪਹੁੰਚ ਗਏ ਆ, ਅਸੀਂ ਸੂਰਜ ਤੇ ਪਹੁੰਚ ਗਏ ਆ, ਤੇ ਡਿਜੀਟਲ ਇੰਡੀਆ ਦਾ ਅਸੀਂ ਖਿਤਾਬ ਦਿੰਦੇ ਆ। ਕਿਉਂ ਜੀ? ਬਿਲਕੁਲ ਬਿਲਕੁਲ। ਫਿਰ ਚਲੋ ਗੱਲ ਤੇ ਫਿਰ ਸੱਚੀ ਆ ਨਾ। ਬਿਲਕੁਲ ਜੀ। ਸਾਡੇ ਰਾਜਪਾਲ ਦੀ ਵੇਖੋ ਜਿਹੜਾ ਭਾਸ਼ਣ ਹੁੰਦਾ ਉਹ ਵੀ ਸਰਕਾਰ ਲਿਖ ਕੇ ਦਿੰਦੀ।
ਜੀ ਤੇ ਇਹ ਰਾਸ਼ਟਰਪਤੀ ਦੀ ਸਰਕਾਰ ਨੇ ਕਿ ਨਹੀਂ ਤੁਸੀਂ ਆਹ ਬੋਲਣਾ ਜੀ, ਤੁਸੀਂ ਕੁਝ ਨਹੀਂ ਬੋਲਣਾ। ਚਲੋ ਮਿਹਰਬਾਨੀ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।